ਸਤਿ ਸ੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੀ ਬੁਲੇਟਿਨ ਦੇ ਸਪਾਂਸਰ ਰੀਅਲ ਏਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਏਸਟੇਟ ਦੀ ਦੁਨੀਆ 'ਚ ਬਣੇ ਆਪਣੇ ਨਾਮ ਪੇਸ਼ ਨੇ। ਪਹਿਲਾਂ ਚੁਣਵੀਆਂ ਖਬਰਾਂ। ਯੂਏਈ ਵਿੱਚ ਲਾਗੂ ਹੋਇਆ ਨਵਾਂ ਲੇਬਰ ਕਾਨੂੰਨ, ਹੁਣ ਭਾਰਤੀਆਂ ਨੂੰ ਮਿਲਣਗੇ ਅਧਿਕਾਰ। ਸੀਰੀਆ ਵਿੱਚ ਅਸੀਂ ਆਈਐਸ ਦੇ ਕਮਾਂਡਰ ਇਬਰਾਹਿਮ ਨੂੰ ਮਾਰਿਆ, ਜੋ ਬਾਈਡਨ। ਰੂਸ ਨਾਲ ਤਣਾਅ ਦਰਮਿਆਨ ਅਮਰੀਕਾ ਨੇ ਭਾਰਤ ਦੇ ਹਿੱਤ ਵਿੱਚ ਦਿੱਤਾ ਬਿਆਨ। ਚੀਨ ਦੇ ਰਵੱਈਏ ਖਿਲਾਫ ਅਮਰੀਕਾ ਨੇ ਦਿੱਤਾ ਭਾਰਤ ਦਾ ਸਾਥ। ਰੂਸ ਤੇ ਦਬਾਅ ਵਧਾਉਣ ਲਈ 3000 ਅਮਰੀਕੀ ਸੈਨਿਕ ਪੋਲੈਂਡ, ਜਰਮਨੀ ਵਿੱਚ ਹੋਣਗੇ ਤੈਨਾਤ। ਟਰੱਕ ਡਰਾਈਵਰਾਂ ਨੇ ਕੈਨੇਡਾ ਅਮਰੀਕਾ ਦੀ ਸਰਹੱਦ ਤੋਂ ਹਟਾਇਆ ਜਾਮ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਸੰਯੁਕਤ ਅਰਬ ਅਮੀਰਾਤ ਵਿੱਚ ਰਹਿ ਰਹੇ ਭਾਰਤੀਆਂ ਲਈ ਖੁਸ਼ਖਬਰੀ ਹੈ। 2 ਫਰਵਰੀ ਤੋਂ ਦੇਸ਼ ਵਿੱਚ ਨਵਾਂ ਲੇਬਰ ਕਾਨੂੰਨ ਲਾਗੂ ਹੋ ਗਿਆ, ਜਿਸ ਦਾ ਖਾਕਾ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਪੇਸ਼ ਕੀਤਾ ਸੀ। ਨਵੇਂ ਕਾਨੂੰਨ ਵਿੱਚ ਕਾਮਿਆਂ ਨੂੰ ਨਵੇਂ ਅਧਿਕਾਰ ਦਿੱਤੇ ਗਏ ਨੇ। ਮੰਨਿਆ ਜਾ ਰਿਹਾ ਕਿ ਨਵੇਂ ਕਾਨੂੰਨ ਨਾਲ ਭਾਰਤੀ ਕਾਮਿਆਂ ਨੂੰ ਵੀ ਕਈ ਫਾਇਦੇ ਮਿਲਣਗੇ। ਯੂਏਈ ਦੀ ਅਰਥ ਵਿਵਸਥਾ ਵਿੱਚ ਭਾਰਤੀ ਨਾਗਰਿਕਾਂ ਦਾ ਵੱਡਾ ਯੋਗਦਾਨ ਹੈ। ਭਾਰਤੀ ਨਾਗਰਿਕ ਸੰਯੁਕਤ ਅਰਬ ਅਮੀਰਾਤ ਦੀ ਕੁੱਲ ਆਬਾਦੀ ਦਾ 40% ਹਿੱਸਾ ਨੇ ਅਤੇ ਉਹਨਾਂ ਦੀ ਗਿਣਤੀ 35 ਲੱਖ ਹੈ। ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਯੂਏਈ ਦੇ ਨਿੱਜੀ ਖੇਤਰ ਵਿੱਚ ਕੰਮ ਕਰਦੇ ਨੇ। ਨਵਾਂ ਫੈਡਰਲ ਫਰਮਾਨ ਕਾਨੂੰਨ ਨਵੰਬਰ 33 ਕਾਮਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਦੀ ਗਰੰਟੀ ਦਿੰਦਾ ਹੈ। ਯੂਏਈ ਦੇ ਮਨੁੱਖੀ ਸੰਸਾਧਨ ਮੰਤਰਾਲਾ ਨੇ ਕਿਹਾ ਕਿ ਨਵੇਂ ਕਾਨੂੰਨ ਮੁਤਾਬਕ ਹੁਣ ਨੌਕਰੀ ਦੇ ਇਕਰਾਰਨਾਮੇ ਵਿੱਚ ਹਰ ਵੇਰਵੇ ਨੂੰ ਸ਼ਾਮਲ ਕੀਤਾ ਜਾਏਗਾ। ਨਵੇਂ ਇਕਰਾਰਨਾਮੇ ਵਿੱਚ ਕਰਮਚਾਰੀ, ਉਸਦੇ ਮਾਲਕ, ਕੰਮ ਦਾ ਵੇਰਵਾ, ਕੰਮ ਦੇ ਘੰਟੇ, ਛੁੱਟੀਆਂ, ਜੁਆਇਨ ਕਰਨ ਦੀ ਮਿਤੀ, ਕੰਮ ਕਰਨ ਦੀ ਥਾਂ, ਤਨਖਾਹ, ਸਾਲਾਨਾ ਛੁੱਟੀ, ਨੋਟਿਸ ਪੀਰੀਅਡ ਸਮੇਤ ਹਰ ਜਾਣਕਾਰੀ ਸ਼ਾਮਲ ਹੋਏਗੀ। ਗਲਫ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਯੂਏਈ ਦੇ ਵਕੀਲ ਅਲੀ ਮੁਸਾਬਾ ਨੇ ਕਿਹਾ ਕਿ ਨਵੇਂ ਕਾਨੂੰਨ ਨਾਲ ਨੌਕਰੀ ਦਾ ਇਕਰਾਰਨਾਮਾ ਹੁਣ ਸੀਮਤ ਸਮੇਂ ਲਈ ਹੋਵੇਗਾ, ਜਦਕਿ ਪਹਿਲਾਂ ਅਜਿਹਾ ਨਹੀਂ ਸੀ। ਕੰਪਨੀਆਂ ਹੁਣ ਵੱਧ ਤੋਂ ਵੱਧ 3 ਸਾਲਾਂ ਦੀ ਮਿਆਦ ਲਈ ਕਰਮਚਾਰੀਆਂ ਨੂੰ ਨੌਕਰੀ ਤੇ ਰੱਖ ਸਕਣਗੀਆਂ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਰੀਨਿਊ ਕਰਨਾ ਹੋਵੇਗਾ। ਸਰਕਾਰ ਨੇ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੂੰ ਨਵੇਂ ਕਾਨੂੰਨ ਮੁਤਾਬਕ ਨਵੇਂ ਇਕਰਾਰਨਾਮੇ ਦਾ ਖਰੜਾ ਤਿਆਰ ਕਰਨ ਲਈ ਕਿਹਾ ਹੈ। ਕਾਨੂੰਨ ਦੇ ਲਾਗੂ ਹੋਣ ਦੇ 1 ਸਾਲ ਦੇ ਅੰਦਰ ਕੰਪਨੀਆਂ ਨੂੰ ਆਪਣੇ ਨੌਕਰੀ ਦੇ ਇਕਰਾਰਨਾਮੇ ਵਿੱਚ ਬਦਲਾਅ ਕਰਨਾ ਹੋਵੇਗਾ। ਨਵੇਂ ਕਾਨੂੰਨ ਨਾਲ ਹੁਣ ਕੋਈ ਵੀ ਮਾਲਕ ਹਮੇਸ਼ਾ ਲਈ ਕਿਸੇ ਕਰਮਚਾਰੀ ਨੂੰ ਕੰਮ ਤੇ ਨਹੀਂ ਰੱਖ ਸਕੇਗਾ। ਮੁਸਾਬਾ ਨੇ ਕਿਹਾ ਕਿ ਹੁਣ ਕਾਮਿਆਂ ਨੂੰ ਕੁਝ ਨਵੀਆਂ ਛੁੱਟੀਆਂ ਵੀ ਮਿਲਣਗੀਆਂ। ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਹਰ ਹਫ਼ਤੇ ਘੱਟੋ-ਘੱਟ 1 ਛੁੱਟੀ ਦੇਣੀ ਹੋਏਗੀ। ਇਸ ਤੋਂ ਇਲਾਵਾ ਘਰ ਵਿੱਚ ਕਿਸੇ ਦੀ ਮੌਤ ਹੋਣ ਤੇ 3-5 ਛੁੱਟੀਆਂ, ਇਮਤਿਹਾਨ ਦੀ ਤਿਆਰੀ ਲਈ 10 ਦਿਨਾਂ ਦੀ ਛੁੱਟੀ, ਔਰਤਾਂ ਨੂੰ 60 ਦਿਨਾਂ ਦਾ ਜਣੇਪਾ ਛੁੱਟੀ, ਗਰਭ ਅਵਸਥਾ ਦੌਰਾਨ 45 ਦਿਨਾਂ ਦੀ ਛੁੱਟੀ ਤਨਖਾਹ ਸਮੇਤ ਅਤੇ 15 ਦਿਨਾਂ ਦੀ ਛੁੱਟੀ ਅੱਧੀ ਤਨਖਾਹ ਸ਼ਰਤ ਦੇ ਨਾਲ ਦਿੱਤੀ ਜਾਏਗੀ। ਨਵਾਂ ਕਾਨੂੰਨ ਕਾਮਿਆਂ ਤੇ ਮਾਲਕਾਂ ਵਿਚਕਾਰ ਪਾਰਦਰਸ਼ਤਾ ਨੂੰ ਵਧਾਏਗਾ। ਨਵੇਂ ਲੇਬਰ ਕਾਨੂੰਨ ਨੂੰ ਲਾਗੂ ਕਰਨ ਪਿੱਛੇ ਯੂਏਈ ਦਾ ਮਕਸਦ ਵਿਦੇਸ਼ੀ ਕਾਮਿਆਂ ਨੂੰ ਲੁਭਾਉਣਾ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਮਾਲਕਾਂ ਅਤੇ ਯੂਏਈ ਦੇ ਕਾਮਿਆਂ ਵਿਚਕਾਰ ਬਿਹਤਰ ਸੰਬੰਧ ਬਣਨਗੇ। ਸੀਰੀਆ ਵਿੱਚ ਅਮਰੀਕੀ ਸਪੈਸ਼ਲ ਫੋਰਸ ਦੀ ਏਅਰ ਸਟ੍ਰਾਈਕ ਵਿੱਚ ਇਸਲਾਮਿਕ ਸਟੇਟ ਦਾ ਕਮਾਂਡਰ ਇਬਰਾਹਿਮ ਅਲ ਹਾਸ਼ਮੀ ਅਲ ਕੁਰੈਸ਼ੀ ਮਾਰਿਆ ਗਿਆ। ਸ਼ੁਰੂ ਵਿੱਚ ਇਸ ਹਮਲੇ 'ਚ 13 ਆਮ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਬਾਈਡਨ ਦਾ ਬਿਆਨ ਆਇਆ। ਹਾਲਾਂਕਿ ਨਿਊਯਾਰਕ ਟਾਈਮਜ਼ ਕੁਝ ਅਲੱਗ ਹੀ ਕਹਾਣੀ ਬਿਆਨ ਕਰ ਰਿਹਾ। ਉਸਨੇ ਆਪਣੀ ਰਿਪੋਰਟ ਵਿੱਚ ਬਾਈਡਨ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਇਬਰਾਹਿਮ ਮਾਰਿਆ ਜ਼ਰੂਰ ਗਿਆ ਹੈ, ਪਰ ਉਹ ਆਪਣੇ ਹੀ ਬੰਬ ਦਾ ਸ਼ਿਕਾਰ ਬਣਿਆ ਹੈ ਅਤੇ ਇਸ ਦੌਰਾਨ ਉਸਦੀ ਪਤਨੀ ਅਤੇ ਬੱਚੇ ਵੀ ਮਾਰੇ ਗਏ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਹੈ। ਅਸੀਂ ਜੰਗ ਦੇ ਮੈਦਾਨ ਵਿੱਚ ਅਬੂ ਇਬਰਾਹਿਮ ਅਲ ਹਾਸ਼ਮੀ ਨੂੰ ਮਾਰ ਦਿੱਤਾ। ਉਹ ਆਈਐਸ ਦਾ ਲੀਡਰ ਸੀ। ਆਪਰੇਸ਼ਨ ਤੋਂ ਬਾਅਦ ਸਾਰੇ ਅਮਰੀਕੀ ਸੈਨਿਕ ਹਿਫਾਜ਼ਤ ਨਾਲ ਆਪਣੇ ਬੇਸ ਪਰਤ ਆਏ। ਜਾਣਕਾਰੀ ਮੁਤਾਬਕ ਉੱਤਰੀ ਸੀਰੀਆ ਵਿੱਚ ਕੀਤੇ ਗਏ ਇਸ ਆਪਰੇਸ਼ਨ ਨੂੰ ਹੈਲੀਕਾਪਟਰ ਰਾਹੀਂ ਪੁੱਜੇ 24 ਅਮਰੀਕੀ ਕਮਾਂਡੋਜ਼ ਨੇ ਅੰਜਾਮ ਦਿੱਤਾ। ਇਸ ਦੌਰਾਨ ਰੀਪਰ ਡਰੋਨਾਂ ਦਾ ਵੀ ਇਸਤੇਮਾਲ ਕੀਤਾ ਗਿਆ। ਅਜਿਹਾ ਹੀ ਆਪਰੇਸ਼ਨ 2019 ਵਿੱਚ ਕੀਤਾ ਗਿਆ ਸੀ। ਇਸ ਵਿੱਚ ਆਈਐਸ ਦਾ ਸਰਗਨਾ ਅਬੂ ਬਕਰ ਅਲ ਬਗਦਾਦੀ ਮਾਰਿਆ ਗਿਆ ਸੀ। ਵਾਸ਼ਿੰਗਟਨ ਪੋਸਟ ਦੀ ਖਬਰ ਮੁਤਾਬਕ ਸੀਰੀਆ ਵਿੱਚ ਕੰਮ ਕਰਨ ਵਾਲੇ ਸਿਵਲ ਡਿਫੈਂਸ ਗਰੁੱਪ ਵਾਈਟ ਹੈਲਮਟਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਹੁਣ ਤੱਕ 13 ਲਾਸ਼ਾਂ ਨੂੰ ਘਟਨਾ ਸਥਾਨ ਤੋਂ ਕੱਢਿਆ ਹੈ। ਇਹਨਾਂ ਵਿੱਚ 6 ਬੱਚਿਆਂ ਅਤੇ 4 ਮਹਿਲਾਵਾਂ ਦੀਆਂ ਲਾਸ਼ਾਂ ਸ਼ਾਮਲ ਨੇ। ਇਸ ਸਮੂਹ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇੱਕ ਛੋਟੀ ਬੱਚੀ ਦੇ ਜ਼ਖਮਾਂ ਦਾ ਇਲਾਜ ਵੀ ਕੀਤਾ, ਜਿਸ ਦੇ ਪੂਰੇ ਪਰਿਵਾਰ ਤੇ ਇਸ ਹਮਲੇ ਵਿੱਚ ਮੌਤ ਹੋ ਗਈ। ਉੱਤਰੀ ਇਦਲਿਬ ਸੂਬੇ ਦੇ ਨਾਗਰਿਕਾਂ ਨੇ ਦੱਸਿਆ ਕਿ ਉਹਨਾਂ ਨੇ ਰਾਤ ਕਰੀਬ 1 ਵਜੇ ਹੈਲੀਕਾਪਟਰਾਂ ਦੀ ਆਵਾਜ਼ ਸੁਣੀ ਅਤੇ ਇਸ ਤੋਂ ਬਾਅਦ
ਗੋਲੀਬਾਰੀ ਦੀਆਂ ਆਵਾਜ਼ਾਂ ਆਉਣ ਲੱਗੀਆਂ। ਅਮਰੀਕੀ ਕਮਾਂਡੋਜ਼ ਅੱਧੀ ਰਾਤ ਤੋਂ ਬਾਅਦ ਹੈਲੀਕਾਪਟਰ ਜ਼ਰੀਏ ਸੀਰੀਆ ਦੇ ਅਤਮਹੇ ਵਿੱਚ ਉਤਰੇ। ਇਹ ਪਿੰਡ ਤੁਰਕੀ ਦੀ ਸਰਹੱਦ ਨਾਲ ਲੱਗਦਾ ਹੈ। ਇੱਥੇ ਉਹਨਾਂ ਨੇ ਇੱਕ ਘਰ ਨੂੰ ਘੇਰਿਆ ਤੇ ਹਮਲਾ ਕਰ ਦਿੱਤਾ। ਲਾਊਡ ਸਪੀਕਰਾਂ ਰਾਹੀਂ ਮਹਿਲਾਵਾਂ ਤੇ ਬੱਚਿਆਂ ਨੂੰ ਘਰਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ। ਇਸ ਦੇ ਲਗਭਗ 2 ਘੰਟੇ ਬਾਅਦ ਅਮਰੀਕੀ ਕਮਾਂਡੋਜ਼ ਨੇ ਮਿਸ਼ਨ ਲਾਂਚ ਕੀਤਾ। ਫੌਜ ਨੇ ਘਰ ਤੇ ਗ੍ਰਨੇਡ ਸੁੱਟੇ, ਜਿਸ ਤੋਂ ਬਾਅਦ ਘਰ ਵਿੱਚ ਮੌਜੂਦ ਅੱਤਵਾਦੀਆਂ ਨੇ ਜਵਾਬੀ ਕਾਰਵਾਈ ਕੀਤੀ। ਦੋਵੇਂ ਪਾਸੇ ਕਾਫੀ ਲੰਬੀ ਮੁੱਠਭੇੜ ਚੱਲੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਭਾਰਤ ਨਾਲ ਅਮਰੀਕਾ ਦੇ ਸੰਬੰਧ ਆਪਣੀਆਂ ਵਿਸ਼ੇਸ਼ਤਾਵਾਂ ਤੇ ਆਧਾਰਿਤ ਨੇ। ਰੂਸ ਨਾਲ ਚੱਲ ਰਹੇ ਤਣਾਅ ਦਾ ਇਹਨਾਂ ਤੇ ਅਸਰ ਨਹੀਂ ਪਏਗਾ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਵਿੱਚ ਇਹ ਪੁੱਛੇ ਜਾਣ ਤੇ ਕਿ ਯੂਕਰੇਨ ਸੰਕਟ ਨੂੰ ਲੈ ਕੇ ਰੂਸ ਦੇ ਨਾਲ ਤਣਾਅ ਕਾਰਨ ਭਾਰਤ ਦੇ ਨਾਲ ਅਮਰੀਕੀ ਸੰਬੰਧਾਂ ਤੇ ਅਸਰ ਪਿਆ ਹੈ। ਉਹਨਾਂ ਨੇ ਕਿਹਾ, ਭਾਰਤ ਨਾਲ ਸਾਡਾ ਰਿਸ਼ਤਾ ਆਪਣੀਆਂ ਖੂਬੀਆਂ ਤੇ ਟਿਕਿਆ ਹੈ। ਇਸ ਹਫ਼ਤੇ ਦੂਜੀ ਵਾਰ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਯੂਕਰੇਨ ਤੇ ਭਾਰਤ ਦੇ ਰੁਖ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇਣ ਤੋਂ ਗੁਰੇਜ਼ ਕੀਤਾ। ਪ੍ਰਾਈਸ ਨੇ ਕਿਹਾ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਆਪਣੇ ਰੁਖ ਤੇ ਚਰਚਾ ਕਰਨ ਲਈ ਮੈਂ ਇਸ ਨੂੰ ਆਪਣੇ ਭਾਰਤੀ ਭਾਈਵਾਲਾਂ ਤੇ ਛੱਡਦਾ ਹਾਂ। ਉਹਨਾਂ ਨੇ ਕਿਹਾ, ਰੂਸ ਦੀ ਫੌਜੀ ਲਾਮਬੰਦੀ ਅਤੇ ਯੂਕਰੇਨ ਖਿਲਾਫ ਉਸ ਦੀ ਬਿਨਾਂ ਕਾਰਨ ਸੰਭਾਵਿਤ ਹਮਲਾਵਰਤਾ ਦੇ ਬਾਰੇ ਵਿੱਚ ਅਸੀਂ ਸਾਡੀਆਂ ਚਿੰਤਾਵਾਂ ਤੇ ਆਪਣੇ ਭਾਰਤੀ ਭਾਈਵਾਲਾਂ ਸਮੇਤ ਦੁਨੀਆ ਭਰ ਦੇ ਦਰਜਨਾਂ ਦੇਸ਼ਾਂ ਦੇ ਸੰਪਰਕ ਵਿੱਚ ਹਾਂ। ਪ੍ਰਾਈਸ ਨੇ ਕਿਹਾ, ਇਹ ਅਜਿਹੀ ਗੱਲਬਾਤ ਹੈ ਜੋ ਅਮਰੀਕਾ ਵੱਖ-ਵੱਖ ਪੱਧਰਾਂ ਤੇ ਕਰ ਰਿਹਾ ਹੈ। ਉਹਨਾਂ ਨੇ ਕਿਹਾ, ਜਿਵੇਂ ਕਿ ਮੈਂ ਪਹਿਲਾਂ ਇੱਕ ਵੱਖਰੇ ਸੰਦਰਭ ਵਿੱਚ ਕਿਹਾ ਸੀ ਕਿ ਯੂਕਰੇਨ ਦੇ ਖਿਲਾਫ ਰੂਸੀ ਹਮਲਾਵਰਤਾ ਅਤੇ ਯੂਕਰੇਨ ਉੱਤੇ ਰੂਸੀ ਹਮਲੇ ਦਾ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਤੋਂ ਇਲਾਵਾ ਸੁਰੱਖਿਆ ਮਾਹੌਲ ਤੇ ਪ੍ਰਭਾਵ ਪਏਗਾ। ਭਾਵੇਂ ਉਹ ਚੀਨ ਹੋਵੇ ਜਾਂ ਭਾਰਤ ਜਾਂ ਦੁਨੀਆ ਭਰ ਦੇ ਦੇਸ਼, ਇਸ ਦਾ ਪ੍ਰਭਾਵ ਦੂਰਗਾਮੀ ਹੋਏਗਾ ਤੇ ਮੈਨੂੰ ਲੱਗਦਾ ਹੈ ਕਿ ਸਾਰੇ ਇਸ ਨੂੰ ਲੈ ਕੇ ਵਿਆਪਕ ਸਮਝ ਰੱਖਦੇ ਨੇ। ਅਮਰੀਕਾ ਨੇ ਕਿਹਾ ਹੈ ਕਿ ਉਹ ਚੀਨ ਦੇ ਫੈਸਲਿਆਂ ਖਿਲਾਫ ਭਾਰਤ ਦੇ ਪ੍ਰਤੀ ਇਕਜੁੱਟ ਹੈ। ਅਸਲ ਵਿੱਚ ਦੇਸ਼ ਦੇ ਕਈ ਸੰਸਦ ਮੈਂਬਰਾਂ ਨੇ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਸੈਨਿਕਾਂ ਨਾਲ ਹਿੰਸਕ ਝੜਪ ਵਿੱਚ ਜ਼ਖਮੀ ਹੋਏ PLA ਦੇ ਇੱਕ ਸੈਨਿਕ ਨੂੰ ਓਲੰਪਿਕ ਮਿਸਾਲ ਵਾਹਕ ਬਣਾਉਣ ਦੇ ਚੀਨ ਦੇ ਫੈਸਲੇ ਦੀ ਨਿੰਦਾ ਕੀਤੀ। ਇਸ ਦੇ ਬਾਅਦ ਅਮਰੀਕਾ ਨੇ ਇਹ ਬਿਆਨ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਇੱਕ ਰੋਜ਼ਾਨਾ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਜਿੱਥੇ ਤੱਕ ਭਾਰਤ ਚੀਨ ਸਰਹੱਦ ਵਿਵਾਦ ਦੀ ਗੱਲ ਹੈ, ਅਸੀਂ ਸਿੱਧੇ ਗੱਲਬਾਤ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਉਹਨਾਂ ਨੇ ਕਿਹਾ, ਅਸੀਂ ਪਹਿਲਾਂ ਵੀ ਆਪਣੇ ਗੁਆਂਢੀਆਂ ਨੂੰ ਡਰਾਉਣ ਧਮਕਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਤੇ ਚਿੰਤਾ ਪ੍ਰਗਟ ਕੀਤੀ ਹੈ। ਜਿਵੇਂ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ, ਅਸੀਂ ਦੋਸਤਾਂ ਨਾਲ ਖੜੇ ਹਾਂ। ਅਸੀਂ ਹਿੰਦ ਪ੍ਰਸ਼ਾਂਤ ਵਿੱਚ ਆਪਣੀ ਸਾਂਝੀ ਖੁਸ਼ਹਾਲੀ, ਸੁਰੱਖਿਆ ਲਈ ਕਦਰਾਂ ਕੀਮਤਾਂ ਨੂੰ ਅੱਗੇ ਵਧਾਉਣ ਲਈ ਹਿੱਸੇਦਾਰਾਂ ਅਤੇ ਸਹਿਯੋਗੀਆਂ ਨਾਲ ਖੜੇ ਹਾਂ। ਇਸ ਤੋਂ ਪਹਿਲਾਂ ਦੇ ਚੋਟੀ ਦੇ ਅਮਰੀਕੀ ਸੰਸਦ ਮੈਂਬਰ ਮਾਰੂਕ ਰੂਬੀਓ ਅਤੇ ਜਿਮ ਰਿਸ਼ ਨੇ ਪੀਪਲਜ਼ ਲਿਬਰੇਸ਼ਨ ਆਰਮੀ ਦੇ ਰੈਜੀਮੈਂਟਲ ਕਮਾਂਡਰ ਕਵੀ ਫਵਾਓ ਨੂੰ ਓਲੰਪਿਕ ਮਿਸਾਲ ਵਾਹਕ ਬਣਾਉਣ ਲਈ ਚੀਨ ਦੀ ਆਲੋਚਨਾ ਕੀਤੀ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਯੂਕਰੇਨ ਵਿਵਾਦ ਤੇ ਇੱਕ ਅਹਿਮ ਫੈਸਲਾ ਲਿਆ। ਬਾਈਡਨ ਨੇ ਵਾਈਟ ਹਾਊਸ ਵਿੱਚ ਪੈਂਟਾਗਨ ਦੇ ਅਫਸਰਾਂ ਦੇ ਨਾਲ ਇੱਕ ਐਮਰਜੈਂਸੀ ਮੀਟਿੰਗ ਤੋਂ ਬਾਅਦ 2000 ਅਮਰੀਕੀ ਸੈਨਿਕਾਂ ਦੇ ਜਰਮਨੀ ਅਤੇ ਪੋਲੈਂਡ ਵਿੱਚ ਤੈਨਾਤ ਕਰਨ ਦਾ ਆਦੇਸ਼ ਦਿੱਤਾ। ਰਿਪੋਰਟ ਮੁਤਾਬਕ ਅਮਰੀਕੀ ਸੈਨਿਕ ਬਹੁਤ ਜਲਦ ਇਨ੍ਹਾਂ ਦੇਸ਼ਾਂ ਲਈ ਰਵਾਨਾ ਹੋ ਜਾਣਗੇ। ਬਾਈਡਨ ਦਾ ਫੈਸਲਾ ਇਸ ਲਈ ਅਹਿਮ ਹੋ ਜਾਂਦਾ ਹੈ ਕਿਉਂਕਿ ਅਮਰੀਕਾ ਅਤੇ ਰੂਸ ਦੇ ਵਿਚਾਲੇ ਯੂਕਰੇਨ ਮਾਮਲੇ ਤੇ ਗੱਲਬਾਤ ਅਟਕ ਗਈ ਹੈ। ਦੂਜੇ ਪਾਸੇ ਰੂਸ ਯੂਕਰੇਨ ਨੂੰ 3 ਪਾਸੇ ਤੋਂ ਘੇਰ ਰਿਹਾ ਹੈ। ਅਮਰੀਕਾ ਅਤੇ ਨਾਟੋ ਨੂੰ ਸ਼ੱਕ ਹੈ ਕਿ ਰੂਸੀ ਸੈਨਿਕ ਬੇਲਾਰੂਸ ਦੀ ਸਰਹੱਦ ਤੋਂ ਯੂਕਰੇਨ ਤੇ ਹਮਲਾ ਬੋਲ ਸਕਦੇ ਨੇ। ਇੱਥੇ ਕਰੀਬ 13,000 ਰੂਸੀ ਸੈਨਿਕ ਤਾਇਨਾਤ ਨੇ। ਇਸ ਵਿਚਾਲੇ ਬ੍ਰਿਟੇਨ ਅਤੇ ਕੈਨੇਡਾ ਨੇ ਵੀ ਆਪਣੇ ਹੋਰ ਸੈਨਿਕ ਯੂਕਰੇਨ ਭੇਜੇ ਜਾਣ ਨੂੰ ਮਨਜ਼ੂਰੀ ਦਿੱਤੀ ਹੈ। ਰੂਸ ਵੀ ਲਗਾਤਾਰ ਯੂਕਰੇਨ ਬਾਰਡਰ ਦੇ ਕੋਲ ਮਿਲਟਰੀ ਡਿਵੈਲਪਮੈਂਟ ਕਰ ਰਿਹਾ। ਬੁੱਧਵਾਰ ਨੂੰ ਜਾਰੀ ਕੀਤੀ ਗਈ ਸੈਟੇਲਾਈਟ ਇਮੇਜ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ। ਇਸ ਵਿੱਚ ਕ੍ਰੀਮੀਆ ਨਾਲ ਲੱਗੇ ਯੂਕਰੇਨ ਬਾਰਡਰ ਦੇ ਕੋਲ ਰੂਸੀ ਮਿਲਟਰੀ ਦਾ ਨਵਾਂ ਇਨਫਰਾਸਟ੍ਰਕਚਰ ਡਿਵੈਲਪਮੈਂਟ ਨਜ਼ਰ ਆ ਰਿਹਾ। डिफेंस माहिਰਾਂ ਮੁਤਾਬਕ ਸੈਟੇਲਾਈਟ ਇਮੇਜ ਤੋਂ ਪਤਾ ਚੱਲਦਾ ਹੈ ਕਿ ਰੂਸ ਨੇ ਯੂਕਰੇਨ ਦੀ ਉੱਤਰ ਪੂਰਬ ਅਤੇ ਦੱਖਣ ਦੀ ਸਰਹੱਦ ਤੇ ਘੇਰਾਬੰਦੀ ਕੀਤੀ ਹੈ। ਅਮਰੀਕਾ ਨੂੰ ਲੱਗਦਾ ਹੈ ਕਿ ਯੂਕਰੇਨ ਅਤੇ ਰੂਸ ਵਿਚਾਲੇ ਜੇਕਰ ਜੰਗ ਛਿੜਦੀ ਹੈ ਤਾਂ ਇਸ ਦੀ ਆਂਚ ਈਸਟਰਨ ਯੂਰਪ ਤੱਕ ਪਹੁੰਚੇਗੀ। ਇਹੀ ਕਾਰਨ ਹੈ ਕਿ ਬਾਈਡਨ ਪ੍ਰਸ਼ਾਸਨ ਇਸ ਨਾਲ ਨਿਪਟਣ ਦੀ ਤਿਆਰੀ ਵਿੱਚ ਜੁਟ ਗਿਆ ਹੈ। ਤਾਜ਼ਾ ਫੈਸਲਾ ਜਰਮਨੀ ਅਤੇ ਪੋਲੈਂਡ ਵਿੱਚ ਅਮਰੀਕੀ ਸੈਨਿਕਾਂ ਦੀ ਗਿਣਤੀ ਵਧਾਉਣ ਦਾ ਹੈ। ਖਾਸ ਗੱਲ ਇਹ ਹੈ ਕਿ ਜਰਮਨੀ ਵਿੱਚ ਪਹਿਲਾਂ ਹੀ 1000 ਅਮਰੀਕੀ ਸੈਨਿਕ ਅਤੇ ਫਾਈਟਰ ਜੈਟਸ ਮੌਜੂਦ ਨੇ। ਹੁਣ ਪੋਲੈਂਡ ਅਤੇ ਰੋਮਾਨੀਆ ਵਿੱਚ ਵੀ ਸੈਨਿਕਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਅਮਰੀਕਾ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਦੇ ਸੈਨਿਕ ਫਿਲਹਾਲ
यूक्रेन की धरती ते कदम नहीं रखणगे। हालांकि इसकी संभावना तो इनकार भी नहीं किया। पेंटागन के बुलारे ने कहा कि अमेरिकी राष्ट्रपति रूस ਨੂੰ साफ दस देना ਚਾਹੁੰਦੇ ਨੇ ਕਿ ਅਮਰੀਕਾ ਕਿਸੇ ਵੀ ਸੂਰਤ ਵਿੱਚ ਯੂਕਰੇਨ ਨੂੰ ਇਕੱਲਾ ਨਹੀਂ ਛੱਡੇਗਾ। ਰੋਮਾਨੀਆ ਅਤੇ ਪੋਲੈਂਡ ਇਸ ਲਈ ਅਹਿਮ ਹੈ ਕਿਉਂਕਿ ਇੱਥੋਂ ਅਮਰੀਕੀ ਸੈਨਿਕ ਬਹੁਤ ਘੱਟ ਸਮੇਂ ਵਿੱਚ ਯੂਕਰੇਨ ਦੀ ਸਰਹੱਦ ਤੱਕ ਪਹੁੰਚ ਸਕਦੇ ਨੇ। ਲਿਹਾਜ਼ਾ ਜੰਗ ਦੀ ਸੂਰਤ ਵਿੱਚ ਅਮਰੀਕਾ ਨੂੰ ਰਣਨੀਤੀ ਬਣਾਉਣ ਅਤੇ ਸੈਨਿਕਾਂ ਦੀ ਤੈਨਾਤੀ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਕੈਨੇਡਾ ਅਮਰੀਕਾ ਦੀ ਸਰਹੱਦ ਤੇ ਟਰੱਕ ਡਰਾਈਵਰਾਂ ਵੱਲੋਂ ਲਗਾਇਆ ਜਾਮ ਖੁੱਲ ਗਿਆ ਹੈ ਅਤੇ ਦੋਵੇਂ ਪਾਸਿਆਂ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ। ਟਰੱਕਰਸ ਦੀ ਨੁਮਾਇੰਦਗੀ ਕਰ ਰਹੇ ਵਕੀਲ ਚੈਡ ਵਿਲੀਅਮਸ ਨੇ ਦੱਸਿਆ ਕਿ ਆਰਸੀਐਮਪੀ ਨਾਲ ਗੱਲਬਾਤ ਦੌਰਾਨ ਸੜਕ ਦੇ ਦੋਵੇਂ ਪਾਸੇ ਕੁਝ ਲੇਨਜ਼ ਆਵਾਜਾਈ ਲਈ ਖੋਲ੍ਹਣ ਦੀ ਸਹਿਮਤੀ ਬਣ ਗਈ ਹੈ। ਉਧਰ ਓਟਾਵਾ ਪੁਲਿਸ ਨੇ ਹੱਥ ਖੜੇ ਕਰ ਦਿੱਤੇ ਨੇ ਅਤੇ ਪਾਰਲੀਮੈਂਟ ਹਿੱਲ ਤੇ ਬੈਠੇ ਟਰੱਕ ਡਰਾਈਵਰਾਂ ਨੂੰ ਹਟਾਉਣ ਲਈ ਫੌਜ ਸੱਦਣ ਦੀ ਜ਼ੋਰਦਾਰ ਵਕਾਲਤ ਕੀਤੀ ਜਾ ਰਹੀ ਹੈ। ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੇ ਪਾਰਟੀ ਦੇ ਲੀਡਰ ਐਰਨ ਓਟੂਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਉਪਰੰਤ ਮੈਨੀਟੋਬਾ ਤੋਂ ਪਾਰਟੀ ਦੀ ਐਮਪੀ ਕੈਂਡਿਸ ਬਰਗਰ ਨੂੰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦਾ ਅੰਤਰਿਮ ਲੀਡਰ ਚੁਣ ਲਿਆ ਹੈ। ਕੈਂਡਿਸ ਬਰਗਰ ਨਵੇਂ ਪ੍ਰਧਾਨ ਦੀ ਚੋਣ ਤੱਕ ਅੰਤਰਿਮ ਲੀਡਰ ਵਜੋਂ ਕਾਰਜ ਕਰਦੇ ਰਹਿਣਗੇ। ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੇ ਲੀਡਰਸ਼ਿਪ ਨੂੰ ਲੈ ਕੇ VOTING ਕੀਤੀ ਅਤੇ ਕੁੱਲ 118 ਮੈਂਬਰਾਂ ਵਿੱਚੋਂ 73 ਪਾਰਲੀਮੈਂਟ ਮੈਂਬਰਾਂ ਨੇ ਐਰਨ ਓਟੂਲ ਨੂੰ ਲੀਡਰਸ਼ਿਪ ਤੋਂ ਲਾਂਭੇ ਕਰਨ ਦੇ ਪੱਖ ਵਿੱਚ VOTING ਕੀਤੀ ਅਤੇ ਸਿਰਫ 45 ਪਾਰਲੀਮੈਂਟ ਮੈਂਬਰਾਂ ਨੇ ਹੀ ਐਰਨ ਓਟੂਲ ਦਾ ਸਾਥ ਦਿੱਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਪਾਰਲੀਮੈਂਟ ਚੋਣਾਂ 'ਚ ਹਾਰ ਮਿਲੀ ਸੀ ਅਤੇ ਉਸ ਸਮੇਂ ਦੇ ਪਾਰਟੀ ਲੀਡਰ ਸਟੀਫਨ ਹਾਰਪਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਲਈ ਇਹ ਤੀਜਾ ਮੌਕਾ ਹੈ ਕਿ ਉਸ ਨੂੰ ਆਪਣੇ ਨਵੇਂ ਲੀਡਰ ਦੀ ਭਾਲ ਕਰਨੀ ਪੈ ਰਹੀ ਹੈ। ਹੁਣ ਪਾਰਟੀ ਦੀ ਲੀਡਰਸ਼ਿਪ ਹਥਿਆਉਣ ਲਈ PR ਪੋਲੀਐਵਰ, ਲੈਲਜ਼ਿਨ, ਲੂਇਸ ਮਾਈਕਲ ਚੌਂਗ, ਕਾਰਡਿਨਸ ਬਰਗਨ ਅਤੇ ਮਿਸ਼ੇਲ ਰੈਪਲ ਗਰਨਲ ਦਾਅਵੇਦਾਰ ਦੱਸੇ ਜਾ ਰਹੇ ਨੇ। ਉੱਤਰੀ ਵੈਨਕੂਵਰ 'ਚ ਇੱਕ 19 ਸਾਲਾ ਡਰਾਈਵਰ ਨੂੰ 225 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਚਲਾਉਂਦਿਆਂ ਫੜਿਆ ਹੈ, ਜਦੋਂ ਕਿ ਉਸ ਰੋਡ ਉੱਪਰ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਿਸ਼ਚਿਤ ਸੀ। ਪੁਲਿਸ ਨੇ ਵੈਸਟ ਵਿਊ ਨੇੜੇ ਹਾਈਵੇ ਦੇ ਅਪਰ ਲੈਵਲ ਤੇ ਰਡਾਰ ਦੀ ਮਦਦ ਨਾਲ ਇਸ ਡਰਾਈਵਰ ਨੂੰ ਫੜਿਆ। ਇਹ ਨੌਜਵਾਨ ਅਲਕੋਹਲ ਜਾਂਚ ਟੈਸਟ ਵਿੱਚ ਵੀ ਅਸਫਲ ਰਿਹਾ। ਪੁਲਿਸ ਨੇ ਉਸ ਦਾ ਡਰਾਈਵਰ ਲਾਇਸੈਂਸ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਤੇ ਉਸ ਦੀ ਕਾਰ ਨੂੰ 30 ਦਿਨਾਂ ਲਈ ਜ਼ਬਤ ਵੀ ਕਰ ਲਿਆ ਹੈ। RCMP ਦੇ ਸਰਜੈਂਟ ਪੀਟਰ ਡਰਵਿਸ ਨੇ ਕਿਹਾ ਹੈ ਕਿ ਇਹ ਲਾਪਰਵਾਹੀ ਅਤੇ ਦੂਜੇ ਲੋਕਾਂ ਦੀ ਸੁਰੱਖਿਆ ਪ੍ਰਤੀ ਅਣਦੇਖੀ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ। ਭਾਵੇਂ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਡਰਾਈਵਰ ਦੇ ਸਿਸਟਮ ਵਿੱਚ ਕਿੰਨੀ ਸ਼ਰਾਬ ਸੀ, ਪਰ BC ਕਾਨੂੰਨ ਦੇ ਤਹਿਤ N ਲਾਇਸੈਂਸ ਵਾਲੇ ਲੋਕ ਡਰਾਈਵਿੰਗ ਸਮੇਂ ਅਲਕੋਹਲ ਦਾ ਸੇਵਨ ਕਰਨ ਦੀ ਆਗਿਆ ਨਹੀਂ ਰੱਖਦੇ। ਪੰਜਾਬੀ ਗਾਇਕ ਅਤੇ ਗੈਂਗਸਟਰ ਗਰੁੱਪਾਂ ਨਾਲ ਉਹਨਾਂ ਦੇ ਝਗੜੇ ਹਮੇਸ਼ਾ ਹੀ ਸੁਰਖੀਆਂ ਵਿੱਚ ਰਹੇ। ਇਹ ਕੋਈ ਹੋਰ ਨਹੀਂ ਸਗੋਂ ਔਜਲਾ ਹੈ ਜੋ ਇਸ ਦਾ ਸ਼ਿਕਾਰ ਹੋਇਆ। ਬੀਤੀ ਰਾਤ ਕੁਝ ਹਥਿਆਰਬੰਦ ਗੈਂਗਸਟਰਾਂ ਨੇ ਸਰੀ ਕੈਨੇਡਾ 'ਚ ਇੱਕ ਘਰ ਤੇ ਸ਼ਰੇਆਮ ਗੋਲੀਬਾਰੀ ਕੀਤੀ ਅਤੇ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਬਚਾਅ ਹੋ ਗਿਆ। ਦੱਸਿਆ ਜਾਂਦਾ ਹੈ ਕਿ ਇਹ ਘਰ ਹੁਣ ਸੁਖੀ ਗਰਚਾ ਨਾਮੀ ਪੰਜਾਬੀ ਨੇ ਲਿਆ ਸੀ ਅਤੇ ਕਰਨ ਔਜਲਾ ਉਸ ਘਰ ਵਿੱਚ ਨਹੀਂ ਸੀ ਅਤੇ ਉਸ ਘਰ ਦਾ ਪੰਜਾਬੀ ਮੂਲ ਦਾ ਪਰਿਵਾਰ ਬਾਲ-ਬਾਲ ਬਚ ਗਿਆ ਅਤੇ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹਨਾਂ ਲੋਕਾਂ ਵੱਲੋਂ ਇੱਕ ਵੀਡੀਓ ਟਿਕਟੌਕ ਤੇ ਪੋਸਟ ਕਰ ਦਿੱਤੀ ਜੋ ਸਾਰੇ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਘੁੰਮ ਰਹੀ ਹੈ। ਹਮਲੇ ਦਾ ਕਾਰਨ ਕਰਨ ਔਜਲਾ ਅਤੇ ਹੈਰੀ ਚੱਠਾ ਗਰੁੱਪ ਵਿਚਾਲੇ ਚੱਲ ਰਿਹਾ ਝਗੜਾ ਦੱਸਿਆ ਜਾ ਰਿਹਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਗੋਲਾਬਾਰੀ ਦੀ ਵੀਡੀਓ 'ਚ ਪੰਜਾਬੀ ਗਾਇਕ ਕਰਨ ਔਜਲਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਧਮਕੀ ਦੇਣ ਵਾਲੇ ਨੇ ਭਾਰਤ ਵਿੱਚ ਹੈਰੀ ਚੱਠਾ ਗੈਂਗਸਟਰ ਗਰੁੱਪ ਨਾਲ ਆਪਣੇ ਸੰਬੰਧ ਹੋਣ ਦਾ ਦਾਅਵਾ ਕੀਤਾ ਹੈ। ਪੰਜਾਬੀ 'ਚ ਲਿਖੇ ਧਮਕੀ ਪੱਤਰ 'ਚ ਲਿਖਿਆ ਹੈ, ਕਰਨ ਔਜਲਾ, ਕਦੋਂ ਤੱਕ ਤੁਸੀਂ ਆਪਣੇ ਦੋਸਤਾਂ 'ਚ ਇਸ 'ਚ ਤੱਕਦੇ ਰਹੋਗੇ? ਅਸੀਂ ਤੁਹਾਡੀ ਭੈਣ ਦੇ ਘਰ ਅਤੇ ਤੁਹਾਡੀ ਮੰਗੇਤਰ ਦੇ ਬੁਟੀਕ ਨੂੰ ਵੀ ਜਾਣਦੇ ਹਾਂ, ਪਰ ਅਸੀਂ ਉਹਨਾਂ ਨੂੰ ਧਮਕਾਉਣਾ ਨਹੀਂ ਚਾਹੁੰਦੇ। ਅਸੀਂ ਕੈਨੇਡਾ ਵਿੱਚ ਤੁਹਾਡੀ ਹਾਲਤ ਅਜੇ ਵੀ ਖਰਾਬ ਕੀਤੀ ਹੈ। ਜਦੋਂ ਤੁਸੀਂ ਆਪਣੇ ਟੂਰ ਲਈ ਯੂਰਪ ਜਾਓਗੇ, ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਅਤੇ ਸਾਡਾ ਭਰਾ ਹੈਰੀ ਚੱਠਾ ਭਾਰਤ ਵਿੱਚ ਤੁਹਾਡੀ ਉਡੀਕ ਕਰ ਰਿਹਾ। ਤੁਸੀਂ ਆਪਣਾ ਪੱਤਾ ਬਦਲ ਕੇ ਕਿੰਨਾ ਚਿਰ ਬਚੋਗੇ? ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਵੈਨਕੂਵਰ ਵਿਚਾਰ ਮੰਚ ਦੇ ਸਹਿਯੋਗ ਨਾਲ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਡਾਕਟਰ ਗੁਰਬਖਸ਼ ਸਿੰਘ ਭੰਡਾਰ ਨਾਲ ਸਰੀ ਵਿਖੇ ਵਿਸ਼ੇਸ਼ ਸਾਹਿਤਕ ਮਿਲਣੀ ਰਚਾਈ ਗਈ ਅਤੇ ਇਸ ਮੌਕੇ ਉਹਨਾਂ ਦੀ ਇਹ ਪੁਸਤਕ ਕਾਇਆ ਤੇ ਕੈਨਵਸ ਰਿਲੀਜ਼ ਕੀਤੀ ਗਈ। ਮੀਟਿੰਗ ਦਾ ਸੰਚਾਲਨ ਕਰਦਿਆਂ ਸ਼ਾਹਿਰ ਮੋਹਨ ਗਿੱਲ ਨੇ ਡਾਕਟਰ ਗੁਰਬਖਸ਼ ਸਿੰਘ ਭੰਡਾਲ ਦੇ ਅਧਿਐਨ ਅਤੇ ਸਾਹਿਤਕ ਕਾਰਜ ਬਾਰੇ ਵਿਸ਼ੇਸ਼ ਚਾਨਣਾ ਪਾਇਆ। ਉਹਨਾਂ ਨੇ ਦੱਸਿਆ ਕਿ ਡਾਕਟਰ ਭੰਡਾਲ ਨੇ ਲਗਾਤਾਰ 30 ਸਾਲ ਪੰਜਾਬ ਵਿੱਚ ਕਾਲਜ ਵਿਦਿਆਰਥੀਆਂ ਨੂੰ ਗਿਆਨ ਦਾ ਚਾਨਣ ਵੰਡਿਆ
ਤੇ ਉਸ ਤੋਂ ਬਾਅਦ ਉਹਨਾਂ ਕੈਨੇਡਾ ਆ ਕੇ ਪੰਜਾਬੀ ਪੱਤਰਕਾਰੀ ਲਈ ਵੀ ਵਿਸ਼ੇਸ਼ ਕਾਰਜ ਕੀਤਾ। ਲਗਾਤਾਰ 6 ਸਾਲ ਪੱਤਰਕਾਰੀ ਦਾ ਕਾਰਜ ਕਰਨ ਉਪਰੰਤ ਉਹ ਅਮਰੀਕਾ ਚਲੇ ਗਏ ਅਤੇ ਹੁਣ ਪਿਛਲੇ 5 ਸਾਲ ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰ ਰਹੇ ਨੇ। ਡਾਕਟਰ ਪੰਡਾਲ ਨੇ ਆਪਣੇ ਸਾਹਿਤਕ ਕਾਰਜ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਈ ਵੀ ਰਚਨਾ ਦੀ ਸਿਰਜਣ ਪ੍ਰਕਿਰਿਆ ਸਮੇਂ ਉਹਨਾਂ ਦਾ ਵਿਸ਼ੇਸ਼ ਫੋਕਸ ਹੁੰਦਾ ਹੈ ਕਿ ਕੁਝ ਨਿਵੇਕਲਾ ਲਿਖਿਆ ਜਾਵੇ। ਉਹਨਾਂ ਇਸ ਸੰਬੰਧੀ ਆਪਣੀਆਂ ਕੁਝ ਰਚਨਾਵਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ। ਉਹਨਾਂ ਭਾਰਤ, ਕੈਨੇਡਾ ਅਤੇ ਅਮਰੀਕਾ ਵਿਚਾਲੇ ਵਿਦਿਅਕ ਖੇਤਰਾਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਉਹਨਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਅਸੀਂ ਬੇਸ਼ੱਕ ਵਿਕਸਿਤ ਮੁਲਕਾਂ ਵਿੱਚ ਆ ਗਏ ਹਾਂ, ਪਰ ਸਾਡੇ ਭਾਈਚਾਰੇ ਵਿੱਚ ਉੱਚ ਵਿਦਿਆ ਹਾਸਲ ਦੀ ਅਜੇ ਵੀ ਬਹੁਤ ਦਿਲਚਸਪੀ ਨਹੀਂ ਹੈ। ਅਸੀਂ ਕੈਨੇਡਾ, ਅਮਰੀਕਾ ਕੇ ਵੱਡੇ ਕਾਰੋਬਾਰ ਸਥਾਪਿਤ ਕਰ ਲਏ, ਮਹਿਲਨੁਮਾ ਘਰ ਉਸਾਰ ਲਏ, ਰਾਜਨੀਤੀ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਲਈ, ਪਰ ਦੁੱਖ ਦੀ ਗੱਲ ਹੈ ਕਿ ਮੈਡੀਕਲ ਖੇਤਰ ਵਿੱਚ ਸਾਡਾ ਯੋਗਦਾਨ ਨਾ ਦੇ ਬਰਾਬਰ ਹੈ। ਅਸੀਂ ਡੈਂਟਲ ਸਰਜਨ, ਅੱਖਾਂ ਦੇ ਮਾਹਿਰ ਅਤੇ ਹੋਰ ਵੱਡੇ ਡਾਕਟਰ ਆਪਣੀ ਕਮਿਊਨਿਟੀ ਵਿੱਚੋਂ ਪੈਦਾ ਨਹੀਂ ਕਰ ਸਕੇ ਅਤੇ ਨਾ ਹੀ ਸਰਕਾਰੀ ਖੇਤਰ ਦੀਆਂ ਨੌਕਰੀਆਂ ਵਿੱਚ ਸਾਡਾ ਕੋਈ ਖਾਸ ਪ੍ਰਾਪਤੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ, ਹੁਣ ਸਾਨੂੰ ਇਨ੍ਹਾਂ ਖੇਤਰਾਂ ਵਿੱਚ ਆਪਣੀ ਭਾਈਵਾਲੀ ਬਣਾਉਣ ਲਈ ਕਾਰਜਸ਼ੀਲ ਹੋਣਾ ਚਾਹੀਦਾ ਹੈ। ਕੋਕੋਇਟਲਾਮ ਵਿੱਚ ਆਰਸੀਐਮਪੀ ਦੇ ਡਰੱਗਸ ਐਂਡ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਵੱਲੋਂ ਵੱਡੀ ਕਾਰਵਾਈ ਕਰਦਿਆਂ ਕਈ ਗੈਰ ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ, ਲਗਜ਼ਰੀ ਗੱਡੀਆਂ ਅਤੇ ਕੈਸ਼ ਬਰਾਮਦ ਕੀਤਾ ਗਿਆ ਹੈ। 12 ਸੈਮੀ ਆਟੋਮੈਟਿਕ ਕਾਰਬਾਈਨ, 11 ਹੈਂਡਗਨ, ਮੈਗਜ਼ੀਨ, ਅਸਲਾ, $1,64,000 ਅਤੇ 4 ਲਗਜ਼ਰੀ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ। ਕੋਕੋਇਟਲਮ ਡਿਟੈਚਮੈਂਟ ਦੇ ਇੰਚਾਰਜ ਸੁਪਰਡੈਂਟ ਕੀਥ ਬ੍ਰਾਮਲ ਨੇ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਹੈ ਕਿ ਪੁਲਿਸ ਵੱਲੋਂ ਪਿਛਲੇ ਸਾਲ ਇਸ ਸੰਬੰਧ ਵਿੱਚ 7 ਤਲਾਸ਼ੀ ਵਾਰੰਟ ਹਾਸਲ ਕੀਤੇ ਗਏ ਸਨ ਅਤੇ ਇਹਨਾਂ ਨੂੰ ਅਪ੍ਰੈਲ ਤੋਂ ਦਸੰਬਰ 2021 ਦਰਮਿਆਨ ਅੰਜਾਮ ਦਿੱਤਾ ਗਿਆ। ਇਸ ਕਾਰਵਾਈ ਵਿੱਚ ਵੈਨਕੂਵਰ ਪੁਲਿਸ, ਰਿਚਮੰਡ ਆਰਸੀਐਮਪੀ ਅਤੇ ਕਈ ਹੋਰ ਏਜੰਸੀਆਂ ਨੇ ਵੀ ਆਪਣਾ ਯੋਗਦਾਨ ਪਾਇਆ। ਪੁਲਿਸ ਅਨੁਸਾਰ ਇਸ ਕੇਸ ਦੇ ਸੰਬੰਧ ਵਿੱਚ ਕੋਕੋਇਟਲਮ ਤੇ 3 ਆਦਮੀਆਂ ਤੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਦੱਸੀ ਗਈ ਹੈ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇਸ ਹਫ਼ਤੇ ਦੇ ਵਿੰਟਰ 올림픽 ਰਿਲੇ ਵਿੱਚ ਮਿਸਾਲ ਲੈ ਜਾਣ ਲਈ ਪੀਪਲ ਲਿਬਰੇਸ਼ਨ ਆਰਮੀ ਰੈਜੀਮੈਂਟ ਕਮਾਂਡਰ ਕਿਊਈ ਫੇਬਾਓ ਨੂੰ ਚੁਣਨ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ। ਡਰੈਗਨ ਦੇ ਇਸ ਕਦਮ ਦੀ ਨਿੰਦਾ ਭਾਰਤ ਦੇ ਨਾਲ ਅਮਰੀਕਾ ਵਿੱਚ ਵੀ ਹੋ ਰਹੀ ਹੈ। ਅਮਰੀਕਾ ਦੇ ਟੌਪ ਸੈਨੇਟਰ ਅਤੇ ਸਟੇਟ ਸੈਨੇਟ ਕਮੇਟੀ ਔਨ ਫੋਰਨ ਰਿਲੇਸ਼ਨ ਦੇ ਰੈਂਕਿੰਗ ਮੈਂਬਰ ਜਿਮ ਰਿਨੇਸ਼ ਨੇ ਵਿੰਟਰ 올림픽 ਖੇਡਾਂ ਲਈ ਇੱਕ ਮਿਸਾਲੀ ਚੁਣਨ ਦੇ ਲਈ ਬੀਜਿੰਗ ਦੀ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਜੋ ਚੀਨੀ ਸੈਨਿਕ ਅਧਿਕਾਰੀ ਭਾਰਤੀ ਜਵਾਨਾਂ ਤੇ ਹਮਲਾ ਕਰਨ ਦਾ ਜ਼ਿੰਮੇਵਾਰ ਰਹਿ ਚੁੱਕਾ ਹੈ, ਉਸ ਨੂੰ ਮਿਸਾਲ ਫੜਾਉਣਾ ਖੇਡ ਦਾ ਸਿਆਸੀਕਰਨ ਕਰਨਾ ਹੈ। ਰਿਸ਼ ਨੇ ਕਿਹਾ ਕਿ ਚੀਨ ਉਈਗਰਾਂ ਦੇ ਖਿਲਾਫ ਕਤਲੇਆਮ ਕਰ ਰਿਹਾ ਅਤੇ ਅਮਰੀਕਾ ਇਸ ਦਾ ਵਿਰੋਧ ਕਰਦਾ ਰਹੇਗਾ। ਅਮਰੀਕਾ ਉਈਗਰ ਦੀ ਆਜ਼ਾਦੀ ਅਤੇ ਭਾਰਤ ਦੀ ਖੁਦਮੁਖਤਿਆਰੀ ਦਾ ਸਮਰਥਨ ਕਰਨ ਦੇ ਲਈ ਦ੍ਰਿੜ ਸੰਕਲਪ ਹੈ। 올림픽 ਦੇ 1200 ਮਿਸਾਲਧਾਰੀਆਂ ਵਿੱਚ ਫਵਾਓ ਦਾ ਨਾਮ ਸ਼ਾਮਲ ਹੋਣ ਤੋਂ ਬਾਅਦ ਚੀਨੀ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਉਸ ਨੂੰ ਹਿਮਾਲਿਆ ਦੀ ਲੜਾਈ ਵਿੱਚ ਭੂਮਿਕਾ ਦੇ ਲਈ ਹੀਰੋ ਦੱਸਿਆ ਸੀ। ਹਾਲਾਂਕਿ ਸੈਨਿਕ ਅਧਿਕਾਰੀ ਨੂੰ ਲੜਾਈ ਦੌਰਾਨ ਸਿਰ ਵਿੱਚ ਗੰਭੀਰ ਸੱਟ ਲੱਗੀ ਸੀ। ਫਵਾਓ ਦਸੰਬਰ ਵਿੱਚ ਚੀਨੀ ਰਾਜ ਪ੍ਰਸਾਰਕ ਸੀਸੀਟੀਵੀ ਵਿੱਚ ਦਿਖਾਈ ਦਿੱਤਾ ਸੀ ਅਤੇ ਕਿਹਾ ਕਿ ਉਹ ਯੁੱਧ ਦੇ ਮੈਦਾਨ ਵਿੱਚ ਪਰਤਣ ਅਤੇ ਫਿਰ ਤੋਂ ਲੜਨ ਲਈ ਤਿਆਰ ਹੈ। ਫਵਾਓ ਨਾਂ ਦੇ ਜਿਸ ਸੈਨਿਕ ਨੂੰ ਚੀਨ ਵੱਲੋਂ ਮਿਸਾਲ ਥਮਾਈ ਗਈ ਹੈ, 2020 ਵਿੱਚ ਲਦਾਖ ਦੇ ਕੋਲ ਗਲਵਾਨ ਘਾਟੀ ਵਿੱਚ ਭਾਰਤੀ ਸੈਨਿਕਾਂ ਤੇ ਹਮਲੇ ਦਾ ਜ਼ਿੰਮੇਵਾਰ ਰਹਿ ਚੁੱਕਾ ਹੈ ਅਤੇ ਝੜਪ ਦੌਰਾਨ ਖੁਦ ਵੀ ਜ਼ਖਮੀ ਹੋ ਗਿਆ ਸੀ। ਹਾਲਾਂਕਿ ਚੀਨ ਆਪਣੀ ਨਾਕਾਮੀ ਲੁਕਾਉਣ ਦੇ ਲਈ ਇਸ ਘਟਨਾ ਵਿੱਚ ਆਪਣੇ ਸਿਰਫ 4 ਤੋਂ 5 ਸੈਨਿਕਾਂ ਦੇ ਮਾਰੇ ਜਾਣ ਦੀ ਗੱਲ ਕਾਫੀ ਲੰਬੇ ਸਮੇਂ ਤੋਂ ਬਾਅਦ ਸਵੀਕਾਰ ਕੀਤੀ ਸੀ, ਲੇਕਿਨ ਦੂਜੇ ਦੇਸ਼ਾਂ ਦੀ ਰਿਪੋਰਟ ਵਿੱਚ 40 ਸੈਨਿਕਾਂ ਦੇ ਮਾਰੇ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ ਨੇ। ਸਿਖਰਲੇ ਅਮਰੀਕੀ ਸਫੀਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਮੁਲਕ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਤਸਦੀਕ ਨਹੀਂ ਕਰਦਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਵਿਦੇਸ਼ ਨੀਤੀ ਕਰਕੇ ਚੀਨ ਤੇ ਪਾਕਿਸਤਾਨ ਮਿਲ ਕੇ ਭਾਰਤ ਖਿਲਾਫ ਹੋ ਗਏ ਨੇ। ਵਿਦੇਸ਼ ਵਿਭਾਗ ਦੇ ਤਰਜਮਾਨ ਨੈਡ ਪ੍ਰਾਈਸ ਨੇ ਕਿਹਾ, ਮੈਂ ਇਹ ਪਾਕਿਸਤਾਨੀਆਂ ਤੇ PRC ਤੇ ਛੱਡਦਾ ਹਾਂ ਕਿ ਉਹ ਆਪਣੇ ਰਿਸ਼ਤਿਆਂ ਬਾਰੇ ਖੁਦ ਗੱਲ ਕਰਨ। ਮੈਂ ਯਕੀਨੀ ਤੌਰ ਤੇ ਰਾਹੁਲ ਗਾਂਧੀ ਦੀਆਂ ਉਪਰੋਕਤ ਟਿੱਪਣੀਆਂ ਦੀ ਤਸਦੀਕ ਨਹੀਂ ਕਰਾਂਗਾ। ਪ੍ਰਾਈਸ ਨੇ ਕਿਹਾ ਕਿ ਚੀਨ ਦੇ ਪਾਕਿਸਤਾਨ ਨਾਲ ਰਿਸ਼ਤਿਆਂ ਨੂੰ ਬਿਆਨ ਕਰਨ ਲਈ ਸ਼ਾਇਦ ਭਾਈਵਾਲ ਸ਼ਬਦ ਵਰਤਣਾ ਗਲਤ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਪ੍ਰਾਈਸ ਨੇ ਕਿਹਾ ਕਿ ਮੁਲਕਾਂ ਨੂੰ ਅਮਰੀਕਾ ਤੇ ਚੀਨ ਵਿੱਚ ਕਿਸੇ ਇੱਕ ਨੂੰ ਚੁਣਨ ਦੀ ਕੋਈ ਲੋੜ ਨਹੀਂ। ਉਹਨਾਂ ਨੇ ਕਿਹਾ, ਪਾਕਿਸਤਾਨ ਅਮਰੀਕਾ ਦਾ ਰਣਨੀਤਿਕ ਭਾਈਵਾਲ ਹੈ ਤੇ ਸਾਡੇ ਇਸਲਾਮਾਬਾਦ ਨਾਲ ਅਹਿਮ ਰਿਸ਼ਤੇ ਨੇ ਤੇ ਅਜਿਹਾ ਰਿਸ਼ਤਾ ਹੈ ਜਿਸ ਦੀ ਅਸੀਂ ਕਈ ਮੋਰਚਿਆਂ ਤੇ ਕਦਰ ਕਰਦੇ ਹਾਂ। ਕਾਬਿਲੇ ਗੌਰ ਹੈ ਕਿ ਬੁੱਧਵਾਰ ਨੂੰ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਪੇਸ਼ ਧੰਨਵਾਦ ਮਤੇ ਤੇ ਬਹਿਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਰਤ ਦਾ ਰਣਨੀਤਿਕ ਟੀਚਾ ਚੀਨ ਤੇ ਪਾਕਿਸਤਾਨ ਨੂੰ ਇੱਕ ਦੂਜੇ ਤੋਂ ਦੂਰ ਰੱਖਣਾ ਹੈ, ਪਰ ਮੋਦੀ ਸਰਕਾਰ ਇਸ ਤੇ ਉਲਟ ਕੰਮ ਕਰ ਰਹੀ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਆਪਣੀ ਵਿਦੇਸ਼ ਨੀਤੀ ਵਿੱਚ ਵੱਡੀ ਰਣਨੀਤਿਕ ਗਲਤੀ ਕੀਤੀ ਹੈ। ਤੁਸੀਂ ਚੀਨ ਤੇ ਪਾਕਿਸਤਾਨ ਨੂੰ ਇਕੱਠਿਆਂ ਕਰ ਦਿੱਤਾ ਹੈ। ਤੁਸੀਂ 2 ਵੱਖ-ਵੱਖ ਮੋਰਚਿਆਂ ਦਾ ਸੰਕਲਪ ਲਿਆ ਸੀ ਤੇ ਇਸ ਨੂੰ ਇੱਕ ਸਾਂਝੇ ਫਰੰਟ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਗੱਲ ਬਹੁਤ ਸਪਸ਼ਟ ਹੈ ਕਿ ਚੀਨ ਤੇ ਪਾਕਿਸਤਾਨ ਮਿਲ ਕੇ ਯੋਜਨਾਵਾਂ ਘੜ ਰਹੇ ਨੇ।
ਬਲਾਕ ਧਾਲੀਵਾਲ ਅਧੀਨ ਆਉਂਦੇ ਪਿੰਡ ਕੰਗ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਰਨਪ੍ਰੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ 26 ਸਾਲ ਸੀ, ਜੋ ਕੈਨੇਡਾ 'ਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਹੋਇਆ ਸੀ। ਬੀਤੇ ਦਿਨੀ ਵਾਪਰੇ ਇੱਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ, ਜਿਸ ਦੀ ਸੂਚਨਾ ਮਿਲਣ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਪਾਈ ਗਈ ਹੈ। ਮ੍ਰਿਤਕ ਸ਼ਰਨਪ੍ਰੀਤ ਸਿੰਘ ਦੇ ਦਾਦਾ ਕੈਪਟਨ ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਰਵਿੰਦਰ ਸਿੰਘ, ਜੋ 에ਅਰ ਫੋਰਸ ਵਿੱਚ ਸਰਵਿਸ ਕਰਦਾ ਸੀ, ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਰਵਿੰਦਰ ਦੇ ਦੋ ਪੁੱਤਰ ਸ਼ਰਨਪ੍ਰੀਤ ਸਿੰਘ ਅਤੇ ਅਵਨੀਤ ਸਿੰਘ ਹਨ, ਜੋ 5 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਚਲੇ ਗਏ ਸਨ। ਨੌਜਵਾਨਾਂ ਦੇ ਦਾਦਾ ਨੇ ਦੱਸਿਆ ਕਿ ਮ੍ਰਿਤਕ ਸ਼ਰਨਜੀਤ ਸਿੰਘ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਰਹਿੰਦਾ ਸੀ। ਉਸ ਦੇ ਬੀਤੇ ਦਿਨੀ ਸੜਕ ਹਾਦਸੇ 'ਚ ਮੌਤ ਹੋ ਗਈ, ਜਿਸ ਨਾਲ ਘਰ 'ਚ ਬਹੁਤ ਬੁਰੇ ਹਾਲਾਤ ਨੇ। ਦਾਦਾ ਜੀ ਨੇ ਦੱਸਿਆ ਕਿ ਸ਼ਰਨਜੀਤ ਦੀ ਮ੍ਰਿਤਕ ਦੇ 5 ਫਰਵਰੀ ਤੱਕ ਉਹਨਾਂ ਦੇ ਪਿੰਡ ਕੰਗ ਜਾਣ ਦੀ ਸੰਭਾਵਨਾ ਹੈ। ਦੁਨੀਆ ਦੇ ਸਭ ਤੋਂ ਰੁੱਝੇ ਬਰਤਾਨੀਆ ਦੇ ਹੀਥਰੋ ਹਵਾਈ ਅੱਡੇ ਤੇ ਬ੍ਰਿਟਿਸ਼ 에ਅਰਵੇਜ਼ ਦਾ ਇੱਕ ਜਹਾਜ਼ ਪਾਇਲਟ ਦੀ ਹੁਸ਼ਿਆਰੀ ਨਾਲ ਲੈਂਡਿੰਗ ਦੌਰਾਨ ਬਾਲ-ਬਾਲ ਬਚਿਆ। ਬ੍ਰਿਟਿਸ਼ 에ਅਰਵੇਜ਼ ਨੇ ਇਸ ਬਾਰੇ ਕਿਹਾ ਕਿ ਜਦੋਂ ਪਾਇਲਟ ਨੇ ਜਹਾਜ਼ ਨੂੰ 에ਅਰਪੋਰਟ ਤੇ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰੀਬ 144 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਅਜਿਹੀ ਸਥਿਤੀ ਵਿੱਚ 에ਅਰਬਸ A321 ਜਹਾਜ਼ ਜ਼ਮੀਨ ਨੂੰ ਛੂੰਹਦੇ ਹੀ ਸੰਤੁਲਨ ਗੁਆ ਬੈਠਾ ਅਤੇ ਪਾਇਲਟ ਦੀ ਚੁਸਤੀ ਨਾਲ ਵੱਡਾ ਹਾਦਸਾ ਹੋਣੋਂ ਬਚ ਗਿਆ। ਉਕਤ ਜਹਾਜ਼ ਦੀ ਜਾਰੀ ਇੱਕ ਵੀਡੀਓ ਵਿੱਚ ਲੈਂਡਿੰਗ ਮੌਕੇ ਹਵਾ ਕਾਰਨ ਜਹਾਜ਼ ਆਪਣਾ ਸੰਤੁਲਨ ਗੁਆ ਬੈਠਦਾ ਹੈ ਅਤੇ ਪਰ ਜ਼ਮੀਨ ਨੂੰ ਛੂਹਣ ਤੋਂ ਤੁਰੰਤ ਬਾਅਦ ਇੱਕ ਵਾਰ ਫਿਰ ਤੋਂ ਉਡਾਣ ਭਰ ਜਾਂਦਾ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਲੈਂਡਿੰਗ ਦੇ ਸਮੇਂ ਦੋਵੇਂ ਪਹੀਏ ਇੱਕੋ ਸਮੇਂ ਜ਼ਮੀਨ ਨੂੰ ਛੂੰਹਦੇ ਨੇ ਅਤੇ ਪਹੀਆਂ ਦੇ ਰਗੜਨ ਕਾਰਨ ਧੂੰਆਂ ਨਿਕਲਦਾ ਹੈ। ਜਹਾਜ਼ ਆਪਣਾ ਸੰਤੁਲਨ ਗੁਆ ਬੈਠਦਾ ਹੈ ਤੇ ਇੱਕ ਪਾਸੇ ਝੁਕ ਜਾਂਦਾ ਹੈ। ਦੁਬਾਰਾ ਉਡਾਣ ਭਰਨ ਮੌਕੇ ਜਹਾਜ਼ ਦਾ ਪਿਛਲਾ ਹਿੱਸਾ ਧਰਤੀ ਨਾਲ ਛੂੰਹਦਾ ਦਿਖਾਈ ਦਿੰਦਾ ਹੈ। ਬ੍ਰਿਟਿਸ਼ 에ਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਸਾਰੇ ਪਾਇਲਟ ਉੱਚ ਸਿਖਲਾਈ ਪ੍ਰਾਪਤ ਨੇ ਅਤੇ ਖਰਾਬ ਮੌਸਮ ਅਤੇ ਸਥਿਤੀਆਂ 'ਚ ਜਹਾਜ਼ ਨੂੰ ਸੰਭਾਲ ਸਕਦੇ ਨੇ। ਇਸ ਤੋਂ ਬਾਅਦ ਜਹਾਜ਼ ਮੁੜ ਹਵਾਈ ਅੱਡੇ ਤੇ ਸੁਰੱਖਿਅਤ ਉਤਰਿਆ। 4 ਅਤੇ 5 ਫਰਵਰੀ ਨੂੰ ਬਸੰਤ ਪੰਚਮੀ ਮੌਕੇ ਗੁਰੂ ਕਾ ਲਾਹੌਰ ਜਾਣ ਵਾਲੀਆਂ ਸੰਗਤਾਂ ਨੂੰ 2 ਦਿਨ ਟੋਲ ਪਲਾਜ਼ੇ ਤੋਂ ਵਿਸ਼ੇਸ਼ ਤੌਰ ਤੇ ਛੋਟ ਹੋਏਗੀ ਅਤੇ ਸੰਗਤਾਂ ਨੂੰ ਟੋਲ ਟੈਕਸ ਨਹੀਂ ਦੇਣਾ ਪਏਗਾ। ਜਾਣਕਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਦਲਜੀਤ ਸਿੰਘ ਪਿੰਡਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਹਿਮਾਚਲ ਸਰਹੱਦ ਤੇ ਲੱਗੇ ਟੋਲ ਪਲਾਜ਼ੇ ਤੋਂ ਸੰਗਤਾਂ ਨੂੰ ਛੋਟ ਮਿਲੇਗੀ ਅਤੇ ਇਸ ਦੌਰਾਨ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਸ਼ਨੀਵਾਰ ਰਾਤ 11 ਵਜੇ ਤੱਕ ਟੋਲ ਟੈਕਸ ਨਹੀਂ ਲੱਗੇਗਾ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਗੁਰੂ ਕਾ ਲਾਹੌਰ ਜਾਣ ਵਾਸਤੇ ਸੰਗਤਾਂ ਨੂੰ ਹਿਮਾਚਲ ਐਂਟਰੀ ਫੀਸ ਟੋਲ ਪਲਾਜ਼ਾ ਤੇ ਦੇਣੀ ਪੈਂਦੀ ਹੈ, ਪਰ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹਿਮਾਚਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਪਿੰਡਰ ਵੱਲੋਂ ਹਰ ਸਾਲ ਹਿਮਾਚਲ ਸਰਕਾਰ ਨਾਲ ਗੱਲ ਕਰਕੇ ਬਸੰਤ ਪੰਚਮੀ ਸਮਾਗਮਾਂ ਮੌਕੇ ਟੋਲ ਪਲਾਜ਼ਾ ਬੰਦ ਕਰਵਾਇਆ ਜਾਂਦਾ ਹੈ, ਜੋ ਇਸ ਵਾਰ ਵੀ ਬੰਦ ਰਹੇਗਾ। ਪਿੰਡਰ ਦੇ ਨਾਲ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਸਮਾਗਮਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਬੀਤੇ ਦਿਨ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦਾ ਭੋਗ ਸ਼ਨੀਵਾਰ 5 ਫਰਵਰੀ ਨੂੰ ਪਏਗਾ। ਉਹਨਾਂ ਨੇ ਦੱਸਿਆ ਕਿ ਸੰਗਤਾਂ ਲਈ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਅਤੇ ਹੋਰ ਗੁਰੂ ਕੇ ਲੰਗਰ ਤਿਆਰ ਕਰ ਲਏ ਗਏ ਨੇ। 4 ਫਰਵਰੀ ਨੂੰ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਸੇਰਾ ਸਾਹਿਬ ਵਿਖੇ ਪਹੁੰਚੇਗਾ, ਜਿੱਥੋਂ ਦੂਸਰੇ ਪੜਾਅ ਗੁਰੂ ਕਾ ਲਾਹੌਰ ਲਈ ਨਗਰ ਕੀਰਤਨ ਰਵਾਨਾ ਹੋਏਗਾ। ਇਹਨਾਂ ਦਿਨਾਂ ਦੌਰਾਨ ਗੁਰੂ ਕਾ ਲਾਹੌਰ ਵਿਖੇ ਲਗਾਤਾਰ ਧਾਰਮਿਕ ਦੀਵਾਨ ਸਜਣਗੇ ਅਤੇ ਇਹਨਾਂ ਦੀਵਾਨਾਂ ਵਿੱਚ ਤਖਤਾਂ ਦੇ ਜਥੇਦਾਰ ਦੇ ਨਾਲ-ਨਾਲ ਗੁਰੂ ਘਰ ਦੇ ਕੀਰਤਨੀ ਅਤੇ ਕਥਾਵਾਚਕ ਰਾਗੀ ਢਾਡੀ ਅਤੇ ਪ੍ਰਚਾਰਕ ਸਾਹਿਬਾਨ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕਰਨਗੇ। ਇਸ ਮੌਕੇ ਗੁਰੂ ਕਾ ਲਾਹੌਰ ਦੀ ਬੇਹੱਦ ਖੂਬਸੂਰਤ ਲਾਈਟਾਂ ਦੇ ਨਾਲ ਸਜਾਵਟ ਕੀਤੀ ਗਈ ਹੈ, ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਮੌਕੇ ਉਹਨਾਂ ਦੇ ਨਾਲ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਜਗਨੰਦਨ ਸਿੰਘ ਆਦਿ ਹਾਜ਼ਰ ਸਨ। ਪੰਜਾਬ ਵਿੱਚ ਕਾਂਗਰਸ ਦੇ ਸੀਐਮ ਚਿਹਰੇ ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਈ ਕਮਾਂਡ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਆਪਣੇ ਸਮਰਥਕਾਂ ਵਿਚਕਾਰ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਨਵਾਂ ਪੰਜਾਬ ਬਣਾਉਣਾ ਹੈ ਤਾਂ ਇਹ ਮੁੱਖ ਮੰਤਰੀ ਦੇ ਹੱਥ ਵਿੱਚ ਹੈ। ਇਸ ਵਾਰ ਤੁਹਾਨੂੰ ਮੁੱਖ ਮੰਤਰੀ ਚੁਣਨਾ ਹੈ। ਟੌਪ ਲੀਡਰਸ਼ਿਪ ਇੱਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੀ ਹੈ, ਜੋ ਉਸ ਦੀ ਤਾਲ ਤੇ ਨੱਚ ਸਕੇ। ਕੀ ਤੁਸੀਂ ਅਜਿਹਾ ਮੁੱਖ ਮੰਤਰੀ ਚਾਹੁੰਦੇ ਹੋ? ਇਹ ਗੱਲ ਨਵਜੋਤ ਸਿੱਧੂ ਨੇ ਸਮਰਥਕ ਵੱਲੋਂ ਕੀਤੀ ਨਾਅਰੇਬਾਜ਼ੀ ਦੌਰਾਨ ਕਹੀ। ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ 'ਚ ਹੰਗਾਮਾ ਮਚ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਸੂਬੇ 'ਚ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਜਾਏਗਾ। ਇਸ ਦੇ ਲਈ ਪਾਰਟੀ ਸਰਵੇ ਕਰ ਰਹੀ ਹੈ ਅਤੇ ਵਰਕਰਾਂ ਤੋਂ ਰਾਏ ਵੀ ਲੈ ਰਹੀ ਹੈ।
ਸੂਤਰਾਂ ਮੁਤਾਬਕ ਚੰਨੀ ਮੁੱਖ ਮੰਤਰੀ ਦੇ ਚਿਹਰੇ ਲਈ ਸਿਖਰ ਤੇ ਨੇ। ਕੱਲ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਹੈ ਕਿ ਚੰਨੀ ਨੂੰ 4 ਮਹੀਨੇ ਦਾ ਸਮਾਂ ਮਿਲਿਆ ਹੈ ਤੇ ਉਹਨਾਂ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਦੇ ਆ ਰਹੇ ਨੇ, ਪਰ ਹੁਣ ਉਹ ਵੀ ਮਹਿਸੂਸ ਕਰਨ ਲੱਗੇ ਨੇ ਕਿ ਪਾਰਟੀ ਉਹਨਾਂ ਦੇ ਨਾਂ ਤੇ ਸਹਿਮਤ ਨਹੀਂ ਹੋ ਰਹੀ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੂੰ ਵਿਧਾਇਕਾਂ ਨੇ ਵੀ ਨਾਪਸੰਦ ਕੀਤਾ ਸੀ। ਇਸ ਦੇ ਬਾਵਜੂਦ ਸਿੱਧੂ ਹਾਈ ਕਮਾਂਡ ਨੂੰ ਇਹ ਕਹਿ ਰਹੇ ਨੇ ਕਿ ਉਹ ਦਰਸ਼ਨੀ ਘੋੜੇ ਨਹੀਂ ਬਣਨਗੇ। 2 ਦਿਨ ਪਹਿਲਾਂ ਸਿੱਧੂ ਚੋਣ ਪ੍ਰਚਾਰ ਅੱਧ ਵਿਚਾਲੇ ਛੱਡ ਕੇ ਵੈਸ਼ਨੋ ਦੇਵੀ ਚਲੇ ਗਏ ਸਨ। ਉਹ ਬੀਤੇ ਦਿਨ ਵਾਪਸ ਪਰਤੇ ਸਨ। ਇਸ ਤੋਂ ਬਾਅਦ ਉਹ ਹਮਲਾਵਾਰ ਨਜ਼ਰ ਆਏ। ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣਾਂ ਲੜ ਰਹੇ ਨਵਜੋਤ ਸਿੱਧੂ ਦੇ ਸਾਹਮਣੇ ਨੇ। ਕਾਂਗਰਸ 'ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਚੱਲ ਰਹੇ ਵਿਵਾਦ ਤੇ ਸਿੱਧੂ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੈ, ਇਸ ਦਾ ਫੈਸਲਾ ਪਾਰਟੀ ਹਾਈ ਕਮਾਂਡ ਕਰੇਗੀ। ਹਾਈ ਕਮਾਂਡ ਸਭ ਤੋਂ ਵੱਡੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।